ਸਤਿ ਸ਼੍ਰੀ ਅਕਾਲ ਜੀ ਤੇ ਤੁਹਾਡਾ ਸਾਰਿਆਂ ਦਾ ਹੀ ਬਹੁਤ ਸਵਾਗਤ ਪ੍ਰਾਈਮ ਏਸ਼ੀਆ ਟੀਵੀ ਦੇ ਉੱਤੇ। ਮੈਂ ਜੋਗਰਾਜ ਸਿੰਘ ਕਾਲੋਂ। ਅੱਜ ਇਸ ਪ੍ਰਾਈਮ ਇਮੀਗ੍ਰੇਸ਼ਨ ਪ੍ਰੋਗਰਾਮ 'ਚ ਸਾਡੇ ਨਾਲ CWC ਇਮੀਗ੍ਰੇਸ਼ਨ ਤੋਂ ਅਮਨ ਖਹਿਰਾ ਹੋਣੀ ਨੇ। ਉਹਨਾਂ ਦੇ ਨਾਲ ਕੁਝ ਜਿਹੜੀਆਂ ਲੇਟੈਸਟ ਤਬਦੀਲੀਆਂ ਚੇਂਜਸ ਆਈਆਂ ਨੇ ਇਮੀਗ੍ਰੇਸ਼ਨ ਦੇ ਵਿੱਚ, ਵੱਡੇ ਬਦਲਾਵ, ਕੁਝ ਵੱਡੀਆਂ ਅਨਾਉਂਸਮੈਂਟਸ ਜਿਹੜੀਆਂ ਕਿ ਸਾਡੀ ਸਾਰਿਆਂ ਦੀ ਜ਼ਿੰਦਗੀ ਤੇ ਪ੍ਰਭਾਵ ਪਾਉਂਦੀਆਂ ਨੇ, ਉਹਦੇ ਬਾਰੇ ਕੁਝ ਜਾਣਕਾਰੀਆਂ ਲਵਾਂਗੇ। ਤੇ ਖਹਿਰਾ ਸਾਹਿਬ ਦਾ ਪਹਿਲਾਂ ਆਪਾਂ ਨਾਲ ਜੁੜਦੇ ਹਾਂ। ਸਤਿ ਸ਼੍ਰੀ ਅਕਾਲ ਜੀ ਖਹਿਰਾ ਸਾਹਿਬ, ਬਹੁਤ ਸਵਾਗਤ ਤੁਹਾਡਾ। ਅੱਛਾ, ਥੋੜ੍ਹੇ ਕੁ ਦਿਨ ਪਹਿਲਾਂ ਅਨਾਉਂਸਮੈਂਟ ਆਉਂਦੀ ਆ ਕਿ ਬਈ ਅਸੀਂ 2025 ਦੇ ਵਿੱਚ ਕੈਨੇਡਾ 'ਚ 5 ਲੱਖ ਬੰਦੇ ਸੱਦਾਂਗੇ ਜੀ, 24 ਦੇ ਵਿੱਚ 4 ਲੱਖ ਤੇ 85 ਹਜ਼ਾਰ ਖੋਰੇ ਕਿੰਨੇ ਨੰਬਰ, ਤੇ ਇੱਦਾਂ ਹੀ 23 ਵਾਸਤੇ ਨੰਬਰ ਹੈ। ਕੁੱਲ ਮਿਲਾ ਕੇ 3 ਸਾਲਾਂ ਦੇ ਵਿੱਚ ਤਕਰੀਬਨ 14.5 ਲੱਖ ਤੋਂ 15 ਲੱਖ ਦੇ ਵਿੱਚ ਬੰਦਾ ਜਿਹੜਾ ਆ ਉਹ ਕੈਨੇਡਾ ਦੇ ਵਿੱਚ ਸੱਦਣਾ ਜੀ। ਹੁਣ ਇਹ ਕਿੱਦਾਂ ਆਉਣਾ ਆ, ਕਿਵੇਂ ਆਉਣਾ ਆ, ਬਹੁਤ ਸਾਰੇ ਸਵਾਲ ਨੇ ਸਾਰਿਆਂ ਦੇ। ਇਹ ਜਿਹੜੀ ਅਨਾਉਂਸਮੈਂਟ ਆ ਇਹ ਪਹਿਲਾਂ ਵੀ ਹੋਈਆਂ ਸੀ ਵੀ 4 ਲੱਖ ਦੀ ਅਨਾਉਂਸਮੈਂਟ ਸੀ, ਹੁਣ ਵੱਧ ਗਈ ਅਨਾਉਂਸਮੈਂਟ। ਕੀ ਸਮਝੀਏ ਕਿ ਲੋੜ ਵੱਧ ਗਈ ਹੈ ਕਿ ਜਾਂ ਪਹਿਲੇ ਪੂਰੇ ਨਹੀਂ ਹੋ ਸਕੇ? ਨਹੀਂ, ਜਦੋਂ ਵੀ ਕੈਨੇਡਾ 'ਚ ਪਹਿਲਾਂ ਵੀ ਦੇਖਿਆ, ਜਦੋਂ ਵੀ ਰਿਸੈਸ਼ਨ ਆਉਂਦਾ ਤਾਂ ਇਮੀਗ੍ਰੇਸ਼ਨ 'ਚ ਜਿਹੜਾ ਇਨਫਲੋ ਹੈ ਉਹ ਆਲਵੇਜ਼ ਵੱਧਦਾ। ਦਿਸ ਹੈਜ਼ ਬੀਨ ਅ ਟ੍ਰੈਡੀਸ਼ਨ, ਜਿਵੇਂ ਕੈਨੇਡਾ ਦਾ ਅੱਜ ਤੋਂ ਨਹੀਂ ਹੈ, ਪਹਿਲੇ ਸਾਲਾਂ 'ਚ ਵੀ ਰਿਹਾ। ਜੇ ਆਪਾਂ ਬਹੁਤ ਪੁਰਾਣੀ ਗੱਲ ਕਰ ਲਈਏ 1911 ਦੀ, ਉਦੋਂ ਵੀ ਉਹ 1.3 ਮਿਲੀਅਨ ਇੱਕੋ ਵਾਰ 'ਚ ਜਿਹੜੀ ਇਮੀਗ੍ਰੇਸ਼ਨ ਦੇਤੀ ਸੀ, ਜਿਹੜੇ ਮੋਸਟਲੀ ਯੂਕਰੇਨ ਤੋਂ ਲਿਆ ਕੇ ਉਹਨਾਂ ਨੇ ਪ੍ਰੇਰੀ ਲੈਂਡ ਦੇ ਵਿੱਚ ਵਸਾਏ ਸੀਗੇ, ਸਸਕੈਚੁਅਨ ਐਂਡ ਅਲਬਰਟਾ ਦੇ ਵਿੱਚ। ਤਾਂ ਇਹ ਜਦੋਂ ਵੀ ਕੁਝ ਇਹੋ ਜਿਹਾ ਹੁੰਦਾ ਤਾਂ ਇਹ ਜਿਵੇਂ ਹੁਣ ਕੈਨੇਡਾ ਆਪਾਂ ਰਿਸੈਸ਼ਨ ਦੀ ਗੱਲ ਕਰਦੇ ਨੇ, ਇਸ ਇਨਫਲੇਸ਼ਨ ਬਹੁਤ ਵਧੀ ਹੈ ਅਤੇ ਉਹਦੇ ਕਰਕੇ ਜਿਹੜਾ ਸਲੋ ਡਾਊਨ ਹੋਇਆ ਤਾਂ ਇਮੀਗ੍ਰੇਸ਼ਨ ਜਿਹੜਾ ਹੈਗਾ ਉਹਨੂੰ ਇੱਕ ਬਹੁਤ ਪੋਜ਼ੀਟਿਵ ਕੰਪੋਨੈਂਟ ਮੰਨਿਆ ਜਾਂਦਾ ਵੀ ਜੇ ਜ਼ਿਆਦਾ ਨੰਬਰ ਆਫ ਇਮੀਗ੍ਰੈਂਟਸ ਕੈਨੇਡਾ ਦੇ ਵਿੱਚ ਦਾਖਲ ਹੋਣਗੇ ਤਾਂ ਆਪਣੀਆਂ ਸਕਿੱਲਸ ਲੈ ਕੇ ਆਉਣਗੇ ਤਾਂ ਡਿਮਾਂਡ ਵੀ ਵਧੂਗੀ, ਜਿਹਦੇ ਕਰਕੇ ਜਿਹੜਾ ਹੈਗਾ ਟਰਾਂਸਲੇਟ ਕਰਨਗੇ ਮੋਰ ਜੌਬਸ। ਔਰ ਇਸ ਤੋਂ ਇਲਾਵਾ ਜਿਹੜੀ ਹੁਣ ਕੈਨੇਡਾ 'ਚ ਇੱਕ ਜਿਹੜੀ ਆਲਮੋਸਟ 1 ਮਿਲੀਅਨ ਪਲੱਸ ਜੌਬ ਵੈਕੈਂਸੀਜ਼ ਨੇ, ਉਹਨਾਂ ਨੂੰ ਭਰਨ ਲਈ ਵੀ ਜਿਹੜਾ ਹੈਗਾ ਟੈਲੈਂਟ ਦੀ ਲੋੜ ਹੈ। ਖਾਸ ਕਰਕੇ ਕਈ ਆਕਿਊਪੇਸ਼ਨ ਨੇ, ਜਿਵੇਂ ਹੁਣ ਸਰਕਾਰ ਫਿਊਚਰ ਦੇ ਵਿੱਚ ਇਹੋ ਜਿਹੇ ਆਕਿਊਪੇਸ਼ਨ ਨੂੰ ਸਿਲੈਕਟ ਕਰਿਆ ਕਰੇਗੀ ਜਿਹਨਾਂ ਦੀ ਕੈਨੇਡਾ ਨੂੰ ਅਤਿਅੰਤ ਲੋੜ ਆ। ਅੱਛਾ, ਸੋ ਇਹਦਾ ਮਤਲਬ ਰਿਸੈਸ਼ਨ ਨਾਲ ਅਸਰ ਹੈਗਾ ਇਸ ਚੀਜ਼ਾਂ ਦਾ, ਜੌਬਸ ਜਿਹੜੀਆਂ ਖਾਲੀ ਪਈਆਂ ਨੇ, ਵੈਕੈਂਸੀਜ਼ ਭਰ ਨਹੀਂ ਰਹੀਆਂ, ਫਿਰ ਉਹ ਮਾਈਗਰੈਂਟਸ ਜਿਹੜੇ ਆਉਣਗੇ ਉਹ ਪੂਰਤੀ ਕਰਨ ਵਾਸਤੇ ਸਾਰਾ ਕੁਝ ਹੋ ਰਿਹਾ ਜੀ। ਪਰ ਇਹਦੇ ਵਿੱਚ ਫਿਰ ਅਗਲੀ ਗੱਲ ਜਿਹੜੀ ਨਾਲ ਜੁੜਦੀ ਹੈ ਕਿ ਵੀ ਜਿਹੜੇ ਆਲਰੇਡੀ ਐਗਜ਼ਿਸਟਿੰਗ ਬੰਦੇ ਇੱਥੇ ਆ, ਜਿਹੜੇ ਉਡੀਕ ਕਰ ਰਹੇ ਆ, ਲਾਈਨ 'ਚ ਲੱਗੇ ਆ ਪੱਕਿਆਂ ਹੋਣ ਦੀ ਵੀ ਸਾਨੂੰ PR ਦਿੱਤੀ ਜਾਏ, ਉਹ ਸਾਰੀਆਂ ਸ਼ਰਤਾਂ ਵੀ ਤਕਰੀਬਨ ਪੂਰੀਆਂ ਕਰਦੇ, ਬਸ ਉਹ ਇੰਤਜ਼ਾਰ ਕਰ ਰਹੇ ਆ, ਉਹਨਾਂ ਦੇ ਵਿੱਚ ਵੀ ਕੋਈ ਤੇਜ਼ੀ ਆਊਗੀ ਇਹਦੇ ਨਾਲ? ਪਹਿਲੇ ਖਾਲੀ ਕਰਨਗੇ ਤੇ ਅਗਲੇ ਆ ਕੇ ਥਾਂ ਤੇ ਬੈਠਣਗੇ? ਜੀ ਬਿਲਕੁਲ। ਸਰਕਾਰ ਜਿਹੜੀ ਹੈ 2 ਡਿਫਰੈਂਟ ਜਿਹੜੀ ਪ੍ਰੋਸੈਸ 'ਤੇ ਕੰਮ ਕਰੇਗੀ। ਪਹਿਲੀ ਤਾਂ ਇਹੀ ਪ੍ਰੋਸੈਸ ਹੈ ਵੀ ਜਿਹੜੀਆਂ ਬੈਕਲੌਗ ਦੇ ਵਿੱਚ ਐਪਲੀਕੇਸ਼ਨ ਨੇ, ਕਿਉਂਕਿ ਸਰਕਾਰ ਕੋਲ ਲਿਮਿਟ ਹੈ ਕਿੰਨੇ ਬੰਦਿਆਂ ਨੂੰ ਇਮੀਗ੍ਰੇਸ਼ਨ ਦੇ ਸਕਦੀ ਹੈ। ਜਿਸ ਤਰ੍ਹਾਂ ਆਪਾਂ ਟਾਰਗੇਟ ਦੀ ਗੱਲ ਕਰਦੇ ਹਾਂ, ਜਦੋਂ ਸਰਕਾਰ ਜੇ ਟਾਰਗੇਟ 485 ਕਰ ਲੈਂਦੀ ਹੈ ਤਾਂ ਉਸ ਰੇਂਜ 'ਚ ਜਦੋਂ ਪਹੁੰਚਦੀ ਹੈ ਤਾਂ ਫਿਰ ਜਿਹੜੀਆਂ ਐਪਲੀਕੇਸ਼ਨਾਂ ਆਲਰੇਡੀ ਭਰ ਚੁੱਕੀਆਂ ਨੇ, ਕਿਉਂਕਿ ਹਰੇਕ ਜਿਹੜੀ ਕੈਟੇਗਰੀ ਹੈ ਉਹਦੀਆਂ ਗਾਹਾਂ ਸਬ ਕੈਟੇਗਰੀਜ਼ ਨੇ। ਜਿਵੇਂ ਐਕਸਪ੍ਰੈਸ ਐਂਟਰੀ ਦੇ ਵਿੱਚ ਵੀ ਸਬ ਕੈਟੇਗਰੀਜ਼ ਨੇ, ਉਵੇਂ ਇਕਨੋਮਿਕ ਜਿਹੜੀ ਇਮੀਗ੍ਰੇਸ਼ਨ ਡਿਵਾਈਡ ਕੀਤੀ ਹੋਈ ਹੈ, ਇਕਨੋਮਿਕ ਸਟਰੀਮ ਐਂਡ ਨਾਨ ਇਕਨੋਮਿਕ ਸਟਰੀਮ। ਸਪੈਸ਼ਲੀ ਜਿਹੜੀ ਇਕਨੋਮਿਕ ਸਟਰੀਮ ਹੈ, ਇਹਦੇ ਥਰੂ ਇਮੀਗ੍ਰੇਸ਼ਨ ਜਿਹੜੀ ਆ ਹਾਸਲ ਕਰਦੇ ਨੇ, ਬੰਦਾ ਆਪਣੇ ਕ੍ਰੈਡੈਂਸ਼ੀਅਲ ਦੇ ਬੇਸਿਸ 'ਤੇ ਇਮੀਗ੍ਰੇਸ਼ਨ ਹਾਸਲ ਕਰਦਾ। ਸੋ ਜਿਹਦੇ 'ਚ ਐਕਸਪ੍ਰੈਸ ਐਂਟਰੀ ਦੇ ਵਿੱਚ ਜਿਹੜੀ ਵੀ ਪਾਰਟੀਸਪੇਟ ਕਰਨ ਵਾਲੀਆਂ ਕੈਟੇਗਰੀਜ਼ ਨੇ। ਇਸ ਤੋਂ ਇਲਾਵਾ ਜਿਹੜੀਆਂ PNPs ਹੋ ਗਈਆਂ, ਜਿਹੜੀਆਂ PNP ਦੇ ਥਰੂ ਇਨਵੈਸਟਰ ਪ੍ਰੋਗਰਾਮ ਨੇ, ਉਹ ਐਪਲੀਕੈਂਟਸ ਹੋ ਗਏ। ਸੋ ਇਹ ਸਾਰੇ ਇੰਡੀਵਿਜੂਅਲ ਜਦੋਂ ਕੈਨੇਡਾ ਦੇ ਵਿੱਚ ਦਾਖਲ ਹੁੰਦੇ ਨੇ ਤਾਂ ਇਕਨੋਮਿਕ ਸਟਰੀਮ ਦਾ ਹਿੱਸਾ ਬਣਦੇ ਨੇ, ਜਿਹਦਾ ਕਿ ਕੈਪ ਜਾਂ ਕੋਟਾ ਰੱਖਿਆ ਹੋਇਆ 60%। ਸੋ ਜਿੰਨਾ ਵੀ ਕੈਪ ਸਰਕਾਰ ਨੇ ਨਿਰਧਾਰਿਤ ਕੀਤਾ ਉਹਦਾ 60% ਜਿਹੜਾ ਹੋਊਗਾ ਇਕਨੋਮਿਕ ਕਲਾਸ ਹੋਊਗੀ। ਸੋ ਜਿਹਦੇ 'ਚ ਜਿਵੇਂ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਹੁਣ 82,000 ਤੋਂ ਲੈ ਕੇ 100,000 ਪਲੱਸ ਇੱਕ ਐਕਸਪ੍ਰੈਸ ਐਂਟਰੀ ਐਪਲੀਕੈਂਟਸ ਵਧਣਗੇ ਪ੍ਰੋਪੋਰਸ਼ਨਲੀ, ਜਿਵੇਂ ਇਮੀਗ੍ਰੇਸ਼ਨ ਦਾ ਕੈਪ ਵੱਧਦਾ ਜਾਊਗਾ। ਉਸੇ ਤਰ੍ਹਾਂ PNPs ਵੀ ਵੱਧਦੀਆਂ ਜਾਣਗੀਆਂ। ਜੇ PNP ਅੱਜ 100,000 ਤੋਂ ਵੱਧ ਕੇ 1,20,000 ਜਿਹੜੇ ਨੇ ਐਪਲੀਕੈਂਟਸ ਹੋਣਗੇ, ਕਿਉਂਕਿ ਹਰ ਸਾਲ ਸਰਕਾਰ PNP ਨਾਲ ਵੀ ਐਗਰੀਮੈਂਟ ਨਿਰਧਾਰਿਤ ਕਰਦੀ ਹੈ ਔਰ ਇਹ ਨਿਸ਼ਚਿਤ ਕਰਦੀ ਹੈ ਵੀ ਕਿੰਨੇ ਪ੍ਰੋਵਿੰਸ ਦੀ ਜਿਹੜੀ ਡਿਮਾਂਡ ਕੀ ਹੈ ਔਰ ਪ੍ਰੋਵਿੰਸ ਦਾ ਸਾਈਜ਼ ਕੀ ਹੈ। ਉਸ ਦੇ ਨਾਲ ਜਿਹੜਾ ਇਹ ਹਰੇਕ ਪ੍ਰੋਵਿੰਸ ਨਾਲ ਐਗਰੀਮੈਂਟ ਸਾਈਨ ਕੀਤਾ ਜਾਂਦਾ ਔਰ ਉਹਨਾਂ ਨੂੰ ਇੱਕ ਨਿਰਧਾਰਿਤ ਕੋਟਾ ਜਾਂ ਕੈਪ ਦਿੱਤਾ ਜਾਂਦਾ, ਜਿਹੜੀ ਕਿ ਪ੍ਰੋਵਿੰਸਿਸ ਕਹਿ ਰਹੀਆਂ ਨੇ ਵੀ ਸਾਨੂੰ ਜਿਹੜੀ ਇਮੀਗ੍ਰੇਸ਼ਨ ਹੈ ਉਹ ਇੰਡੀਪੈਂਡੈਂਟ ਰੱਖੀ ਜਾਵੇ। ਜਿਵੇਂ ਕਿਊਬੈਕ ਨੂੰ ਇੰਡੀਪੈਂਡੈਂਟ ਰੱਖਿਆ ਹੋਇਆ, ਉਹ ਆਪਣੇ ਉਹਨਾਂ ਦੇ ਕੋਈ ਕੈਪ ਵੀ ਨਹੀਂ ਹੈ, ਉਹ ਕਿੰਨੇ ਇਮੀਗ੍ਰੈਂਟਸ ਨੂੰ
ਚਾਹੁਣ ਤਾਂ ਬੁਲਾ ਸਕਦੇ ਨੇ। ਅੱਛਾ, ਹੁਣ ਇੰਨੇ ਲੱਖ ਬੰਦਾ ਸੱਦਣਾ, ਫਿਰ ਉਹਨਾਂ ਨੇ ਰਹਿਣਾ ਵੀ ਆ, ਉਹਨਾਂ ਨੇ ਬਹਿਣਾ ਵੀ ਆ, ਉਹਨਾਂ ਨੇ ਪਹਿਣਾ ਵੀ ਆ, ਸਾਰਾ ਕੁਝ ਕੰਮ ਕਾਰ ਵੀ ਨਾਲ ਕਰਨੇ ਆ, ਅਫੋਰਡੇਬਿਲਟੀ ਨਾਲ ਦੀ ਨਾਲ ਇੱਕ ਆਲਰੇਡੀ ਵੱਡਾ ਮੁੱਦਾ ਦੇਸ਼ ਦਾ ਬਣਿਆ ਪਿਆ। ਜਦੋਂ ਇੰਨੇ ਲੋਕਾਂ ਨੂੰ ਇਮੀਗ੍ਰੇਸ਼ਨ ਲੈ ਕੇ ਆਉਂਦੀ, ਕਿ ਉਹ ਸਾਰੇ ਡਿਪਾਰਟਮੈਂਟਸ ਨਾਲ ਸਲਾਹ ਹੁੰਦੀ ਆ ਫਿਰ ਬਾਕੀ, ਕਿਉਂਕਿ ਰਹਿਣ ਬਹਿਣ ਨੂੰ ਵੀ ਉਨੀਆਂ ਥਾਵਾਂ ਚਾਹੀਦੀਆਂ। ਹੁਣ ਮੋਸਟਲੀ ਵੇਖਿਆ ਤੇ ਇਹ ਜਾਂਦਾ ਵੀ ਜਿੰਨੇ ਕੁ ਲੋਕ ਆਉਂਦੇ ਨੇ ਤਕਰੀਬਨ ਵੱਡੀਆਂ ਸਿਟੀਜ਼ ਦੇ ਵਿੱਚ ਆ ਕੇ ਰਹਿ ਜਾਂਦੇ ਨੇ, ਉੱਥੇ ਆਲਰੇਡੀ ਹੋਰ ਬੜੇ ਇਸ਼ੂਜ਼ ਮੁੱਦੇ ਨੇ ਜਿਨ੍ਹਾਂ ਨਾਲ ਲੋਕ ਡੀਲ ਕਰਦੇ ਪਏ ਆ। ਇਹ ਵੀ ਲਿਆ ਕੇ ਇਦਾਂ ਹੀ ਹੋਣਗੇ ਕਿ ਇਹਨਾਂ ਨੂੰ ਕੁਝ ਖਾਸ ਦਿਸ਼ਾ ਦਿੱਤੀ ਜਾਣ ਦੀ ਹੈਗੇ ਆ ਕਿ ਬਈ ਇਸ ਕੈਟਾਗਰੀ 'ਚ ਲੋਕ ਆ ਸਕਦੇ। ਮੈਂ ਤਾਂ ਪੁੱਛਦਾ ਹਾਂ ਕਿਉਂਕਿ ਉਹ ਲੋਕ ਉਸ ਹਿਸਾਬ ਨਾਲ ਤਿਆਰੀ ਕਰ ਸਕਣ। ਤੁਸੀਂ ਇਕਨੋਮਿਕ ਕਲਾਸ ਦੀ ਗੱਲ ਕੀਤੀ, ਨੋ ਡਾਊਟ ਮੋਸਟ ਪਰਸੈਂਟ ਉਹਦੇ ਵਿੱਚ ਆਉਣਗੇ, ਪਰ ਕਿੱਦਾਂ ਦੀ ਉਹਦੇ ਵਿੱਚ ਕਿਹੜੇ ਕਿੱਤੇ ਜ਼ਿਆਦਾ ਜਿਹੜੇ ਹੋ ਸਕਦੇ ਜਿਨ੍ਹਾਂ ਦੇ ਵਿੱਚ ਐਂਟਰੀ ਜ਼ਿਆਦਾ ਹੋਊਗੀ ਲੋਕਾਂ ਦੀ? ਜਿਹੜੀ ਤੁਸੀਂ ਗੱਲ ਕਰ ਰਹੇ ਹੋ ਜਿਵੇਂ ਈਵਨ ਡਿਸਟ੍ਰੀਬਿਊਸ਼ਨ ਦੀ ਕੈਨੇਡਾ ਦੇ ਵਿੱਚ, ਉਹ ਤਾਂ ਹੀ ਪੋਸੀਬਲ ਹੈ ਜੇ ਪ੍ਰੋਵਿੰਸਿਸ ਨੂੰ ਵੱਧ ਅਧਿਕਾਰ ਦਿੱਤੇ ਜਾਣ ਸਿਲੈਕਸ਼ਨ ਦੇ, ਔਰ ਉਸ ਤੋਂ ਬਾਅਦ ਜਿਹੜੀ ਉਹਦੀ ਕੰਪਲਾਇੰਸ ਹੈ। ਜਿਵੇਂ ਜਦੋਂ ਤੁਸੀਂ ਇਮੀਗ੍ਰੇਸ਼ਨ ਹਾਸਲ ਕਰਦੇ ਹੋ ਕਿਸੇ PNP ਪ੍ਰੋਗਰਾਮ ਦੇ ਵਿੱਚ, ਤਾਂ ਤੁਸੀਂ ਇੱਕ ਪ੍ਰੋਮਿਸ ਕਰਦੇ ਹੋ ਪ੍ਰੋਵਿੰਸ ਨੂੰ, ਆਪਣਾ ਇੰਟੈਂਟ ਸ਼ੋ ਕਰਦੇ ਹੋ ਵੀ ਤੁਸੀਂ ਉਹ ਪ੍ਰੋਵਿੰਸ ਦੇ ਵਿੱਚ ਇਮੀਗ੍ਰੇਸ਼ਨ ਲੈਣ ਤੋਂ ਬਾਅਦ ਰਹੋਗੇ। ਠੀਕ ਹੈ। ਪਰ ਜੇ ਤੁਹਾਡੀ ਉਹ ਇੰਟੈਂਟ ਬਦਲ ਜਾਂਦੀ ਹੈ ਇਮੀਗ੍ਰੇਸ਼ਨ ਲੈਣ ਤੋਂ ਬਾਅਦ, ਤਾਂ ਤੁਹਾਨੂੰ ਕੋਈ ਵੀ ਕੰਪਲਾਇੰਸ ਆਡਿਟ ਇਹੋ ਜਿਹਾ ਨਹੀਂ ਹੈਗਾ ਜਿਹੜਾ ਕਿ ਤੁਹਾਨੂੰ ਰੋਕ ਸਕੇ, ਉਸ ਪ੍ਰੋਵਿੰਸ ਦੇ ਵਿੱਚ ਰਹਿਣ ਲਈ ਮਜਬੂਰ ਕਰ ਸਕੇ, ਕਿਉਂਕਿ ਤੁਹਾਡੇ ਕੋਲ ਰਾਈਟ ਟੂ ਮੋਬਿਲਿਟੀ ਹੈ ਜਿਹੜਾ ਕਿ ਪ੍ਰਵੇਲ ਕਰ ਜਾਂਦਾ। ਅੱਛਾ। ਸੋ ਇਸੇ ਤਰ੍ਹਾਂ ਜਿਹੜੇ ਫੈਡਰਲ ਪ੍ਰੋਗਰਾਮ ਹੈ, ਜਿਵੇਂ ਮੈਂ ਕਿਹਾ ਸੀ, ਉਹ ਇਕਨੋਮਿਕ ਸਟਰੀਮ ਦਾ ਹਿੱਸਾ ਨੇ। ਜਦੋਂ ਫੈਡਰਲ ਪ੍ਰੋਗਰਾਮ ਦੇ ਵਿੱਚ ਕੈਨੇਡਾ ਦੇ ਵਿੱਚ ਦਾਖਲ ਹੁੰਦੇ ਆ, ਕਿਸੇ ਕਿਸਮ ਦੀ ਕੋਈ ਰਿਸਟ੍ਰਿਕਸ਼ਨ ਨਹੀਂ ਉਹ ਕਿੱਥੇ ਜਾ ਕੇ ਰਹਿ ਸਕਦੇ ਨੇ। ਨਾ ਤੁਸੀਂ ਗੱਲ ਕੀਤੀ ਵੀ ਇਹ ਫਿਊਚਰ ਦੇ ਵਿੱਚ ਕਿਵੇਂ ਨਿਸ਼ਚਿਤ ਕੀਤਾ ਜਾਵੇ ਵੀ ਲੋਕ ਬੜੀਆਂ ਸਿਟੀਜ਼ ਦੇ ਵੱਲ ਨਾ ਆਉਣ, ਜਾਂ ਕਿਹੜੀ ਕੈਟਾਗਰੀਜ਼ ਦੇ ਵਿੱਚ ਅਪਲਾਈ ਕਰਨ ਜਿਹਦੇ ਕਰਕੇ ਉਹਨਾਂ ਨੂੰ ਇਮੀਗ੍ਰੇਸ਼ਨ ਸੌਖੀ ਹੋ ਜਾਏ। ਜ਼ਿਆਦਾ ਜਿਹੜੀ ਫੋਕਸ ਰਹੇਗਾ ਆਉਣ ਵਾਲੇ ਸਮੇਂ ਦੇ ਵਿੱਚ, ਉਹ ਰੀਜਨਲ ਬੇਸ ਇਮੀਗ੍ਰੇਸ਼ਨ ਦੇ ਵਿੱਚ ਰਹੇਗਾ ਹੀ। ਜਿਹੜੇ ਇੰਡੀਵਿਜੂਅਲ ਬੜੇ ਸ਼ਹਿਰਾਂ ਤੋਂ ਇਲਾਵਾ ਕਿਸੇ ਛੋਟੇ ਸ਼ਹਿਰ 'ਚ ਜਾ ਕੇ ਰਹਿਣ ਨੂੰ, ਬਸਣ ਨੂੰ ਮੰਨਣਗੇ, ਤਾਂ ਉਹਨਾਂ ਵਿੱਚ ਡੈਫੀਨੇਟਲੀ ਪੋਜ਼ਿਟਿਵ ਆਏਗਾ। ਸੈਕਿੰਡ, ਸਰਕਾਰ ਦਾ ਫੋਕਸ ਰਹੇਗਾ ਜਿਹੜੀਆਂ ਆਕਿਊਪੇਸ਼ਨਲ ਬੇਸ ਸਿਲੈਕਸ਼ਨ ਹੈ, ਜਿਹੜੀ ਕਿ ਨਵੇਂ ਸਾਲ ਜਨਵਰੀ 2023 ਦੇ ਵਿੱਚ ਆਕਿਊਪੇਸ਼ਨਲ ਬੇਸ ਸਪੈਸੀਫਿਕ ਜਿਹੜੀ ਡਰਾਜ਼ ਨੇ ਉਹ ਨਿਕਲਣ ਲੱਗ ਜਾਣਗੇ। ਕੱਲਾ ਤੁਹਾਡਾ ਹੁਣ ਜਿਹੜੀ ਕਿਸ ਕੈਟਾਗਰੀ ਦੇ ਵਿੱਚ ਤੁਸੀਂ ਅਪਲਾਈ ਕੀਤਾ, ਜਾਂ ਤੁਹਾਡਾ CRS ਸਕੋਰ, ਕੰਪਰੀਹੈਂਸਿਵ ਰੈਂਕਿੰਗ ਸਿਸਟਮ ਦੇ ਵਿੱਚ ਕਿੰਨਾ ਕੁ ਸਕੋਰ ਹੈ, ਇਹ ਮੈਟਰ ਨਹੀਂ ਕਰੇਗਾ। ਤੁਹਾਡੀ ਆਕਿਊਪੇਸ਼ਨ 'ਤੇ ਵੀ ਉੱਡੇ ਜਿਹੜਾ ਹੈਗਾ ਰਿਲਾਈ ਕਰਨਾ ਪਏਗਾ ਵੀ ਜੇ ਡਰਾ ਦੇ ਵਿੱਚ ਤੁਹਾਡੀ ਆਕਿਊਪੇਸ਼ਨ ਸਿਲੈਕਟ ਹੋ ਜਾਂਦੀ ਹੈ, ਈਵਨ ਦੋ ਤੁਹਾਡਾ ਸਕੋਰ CRS ਸਕੋਰ ਬਹੁਤ ਘੱਟ ਹੈ, ਫਿਰ ਵੀ ਤੁਹਾਡਾ ਇਮੀਗ੍ਰੇਸ਼ਨ ਲੈਣ ਦਾ ਜਿਹੜਾ ਚਾਂਸ ਹੈ, ਲੈਟਰ ਆਫ ਐਕਸੈਪਟੈਂਸ ਹੈ ਜਾਂ ਇਨਵੀਟੇਸ਼ਨ ਹੈ, ਮਾਫ ਕਰਨਾ, ਇਹ ਤੁਹਾਨੂੰ ਮਿਲ ਜਾਏਗੀ। ਇਸੇ ਤਰ੍ਹਾਂ ਜਿਹੜੇ PNP ਪ੍ਰੋਗਰਾਮਸ ਨੇ, ਉਹ ਬਹੁਤ ਵਧੀਆ ਪ੍ਰੋਗਰਾਮਸ ਨੇ ਜਿੱਥੇ ਤੁਹਾਨੂੰ 600 ਪੁਆਇੰਟਸ ਜਿਹੜੇ ਆ ਮਿਲਦੇ ਆ, ਔਰ ਤੁਹਾਡੀ ਜਿਹੜੀ ਪੂਲ ਦੀ ਕੰਪੈਰੀਟਿਵਨੈਸ ਹੈ ਉਹਨੂੰ ਵੀ ਆਫਸੈਟ ਕਰ ਜਾਂਦੇ ਆ, ਓਵਰਕਮ ਕਰ ਜਾਂਦੇ ਆ। ਸੋ ਇਸ ਕਰਕੇ ਪ੍ਰੋਵਿੰਸਿਸ ਦੇ ਵਿੱਚ ਜਿਹੜੀਆਂ ਕਾਫੀ ਇਹੋ ਜਿਹੀਆਂ ਪ੍ਰੋਵਿੰਸਿਸ ਨੇ ਜਿਹੜੀਆਂ ਹੁਣ ਇਹ ਕਹਿ ਰਹੀਆਂ ਨੇ ਵੀ ਸਾਨੂੰ ਜਿਹੜੀ ਸਿਲੈਕਸ਼ਨ ਦਾ ਅਧਿਕਾਰ ਹੈ ਇਹ ਖੁਦ ਜਿਹੜਾ ਨਾਟ ਓਨਲੀ ਇਕੱਲਾ ਅਧਿਕਾਰ ਦਿੱਤਾ ਜਾਵੇ, ਤੇ ਜਿਹੜਾ ਕੈਪ ਹੈ ਉਹ ਵੀ ਹਟਾਇਆ ਜਾਵੇ, ਤਾਂ ਕਿ ਜਿਹੜੀ ਸਾਡੀ ਡਿਮਾਂਡ ਹੈ ਉਹਨੂੰ ਅਸੀਂ ਕੈਪ ਇਨ ਕਰ ਸਕੀਏ। ਬਿਲਕੁਲ ਠੀਕ। ਅੱਛਾ, ਹੁਣ ਜਿਸ ਤਰੀਕੇ ਨਾਲ ਪਹਿਲਾ ਬੈਕਲੌਗ ਆ ਜੀ, ਉਹਦੇ ਵਿੱਚ ਹੁਣ ਕੁਝ ਤੇਜ਼ੀ ਅੱਗੇ ਨਾਲੋਂ ਆਈ ਕਿ ਜਾਂ ਕਿੰਨੀ ਕੁ ਪ੍ਰੋਸੈਸਿੰਗ ਫਾਸਟ ਹੋਈ ਆ, ਜਾਂ ਉਹ ਬੈਕਲੌਗ ਕਿਉਂਕਿ ਸੁਣਦੇ ਸੀ ਵੀ 2.5 ਮਿਲੀਅਨ ਹੋ ਗਿਆ ਜੀ, ਪਹਿਲਾਂ 1.5 ਤੋਂ ਜੋ ਸ਼ੁਰੂ ਹੋਇਆ 2, 2.5, 2.6 ਹੋ ਗਿਆ, ਅੱਜ ਦੇ ਕੀ ਨੰਬਰਸ ਨੇ, ਕਿੱਥੇ ਕੁ ਗੱਲ ਖੜੀ ਆ? ਸੀ ਬੈਕਲੌਗ ਜਿਹੜਾ ਹੈਗਾ ਇਹ ਕਈ ਤਰ੍ਹਾਂ ਨਾਲ ਡਿਫਾਈਨ ਕੀਤਾ ਜਾਂਦਾ। ਇਕੱਲਾ ਇਹ ਨਹੀਂ ਹੈਗਾ ਵੀ ਸਿਰਫ ਜਿਹੜੀ ਡਿਲੇ ਆ ਉਹ ਇਮੀਗ੍ਰੇਸ਼ਨ ਡਿਪਾਰਟਮੈਂਟ ਵੱਲੋਂ ਹੈ। ਅੱਛਾ। ਕਈ ਦਫਾ ਸੈਲਫ ਇਨਫਲਿਕਟਡ ਡਿਲੇ ਵੀ ਹੁੰਦੀ ਹੈ ਵੀ ਜਿੱਥੇ ਤੁਹਾਡੀ ਵਜ੍ਹਾ ਕਰਕੇ ਵੀ ਡਿਲੇ ਆ ਜਾਂਦੀ ਹੈ। ਅੱਛਾ, ਕੋਈ ਕਾਗਜ਼ ਪੱਤਰ ਦੇਣੋਂ ਜਾਂ ਕੁਝ ਹੋਰ ਚੀਜ਼? ਬਿਲਕੁਲ ਜੀ, ਸਿਰਫ ਇਹ ਨਹੀਂ ਹੈਗਾ ਵੀ ਜਿਹੜੀ ਬੈਕਲੌਗ ਜਾਂ ਕੋਈ ਐਪਲੀਕੇਸ਼ਨ ਸਰਕਾਰ ਪ੍ਰੋਸੈਸ ਨਹੀਂ ਕਰ ਸਕਦੀ। ਸਰਕਾਰ ਨੇ ਪਿਛਲੇ ਸਮੇਂ ਦੇ ਵਿੱਚ ਵੀ ਬਹੁਤ ਮਿਲੀਅਨਸ ਆਫ ਡਾਲਰ ਇਨਫਿਊਜ਼ ਕੀਤੇ ਸੀ ਇਸ ਡਿਪਾਰਟਮੈਂਟ ਦੇ ਵਿੱਚ, ਜਿੱਥੇ ਉਹਨਾਂ ਨੇ ਨਵੀਂ ਹਾਇਰਿੰਗ ਕੀਤੀ ਹੈ, ਆਟੋਮੇਟ ਕੀਤਾ ਸਿਸਟਮ ਨੂੰ। ਈਵਨ ਦੋ ਕੰਟਰੋਵਰਸ਼ੀਅਲ ਹੈ, ਵਿਜ਼ਿਟਰ ਵੀਜ਼ਾ ਸਪੈਸ਼ਲੀ ਜਾਂ ਵਰਕ ਪਰਮਿਟ ਜਦੋਂ ਤੁਸੀਂ ਅਪਲਾਈ ਕਰਦੇ ਹੋ ਬਹੁਤ ਕੰਟਰੋਵਰਸ਼ੀਅਲ ਹੈ। ਜਿਹੜੇ ਕਿ ਕੰਪਿਊਟਰ ਜਨਰੇਟਡ ਜਿਹੜੇ ਡਿਸੀਜਨਸ ਨੇ ਉਹ ਜਿਹੜੇ ਤੁਹਾਨੂੰ ਜਿਹੜੇ ਕਈ ਵਾਰ ਫੇਅਰ ਡਿਸੀਜਨ ਨਹੀਂ ਹੁੰਦੇ ਹੈਗੇ। ਇਸ ਤੋਂ ਇਲਾਵਾ ਜਦੋਂ ਵੀ ਤੁਸੀਂ ਐਪਲੀਕੇਸ਼ਨ ਦਾਇਰ ਕਰਦੇ ਹੋ, ਉਹ ਇਟ ਡਜ਼ਨਟ ਮੀਨ ਵੀ ਐਪਲੀਕੇਸ਼ਨ ਸਿਰਫ ਸਰਕਾਰ ਦੀ ਨਾ ਪ੍ਰੋਸੈਸ ਹੋਣ ਕਰਕੇ ਹੀ ਡਿਲੇ ਦੇ ਵਿੱਚ ਹੈ। ਕਈ ਦਫਾ ਬਹੁਤ ਸਾਰੇ ਕੇਸਿਸ ਨੇ ਜਿੱਥੇ ਖਾਸ ਕਰਕੇ ਆਪਾਂ ਇੰਡੀਆ ਦੀ ਗੱਲ ਕਰੀਏ ਤਾਂ ਲੋਕ ਐਪਲੀਕੇਸ਼ਨ ਦਾਇਰ ਕਰ ਦਿੰਦੇ ਨੇ, ਜਦੋਂ ਥਰਡ ਪਾਰਟੀ ਕੋਈ ਵੈਰੀਫਿਕੇਸ਼ਨ ਹੁੰਦੀ ਹੈ, ਥਰਡ ਪਾਰਟੀ ਤੋਂ ਕੋਈ ਵਾਪਸ ਜਵਾਬ ਹੀ ਨਹੀਂ ਆਉਂਦਾ, ਉਨੀ ਦੇਰ ਤੁਹਾਡੀ ਐਪਲੀਕੇਸ਼ਨ ਹੋਲਡ ਤੇ ਪਈ ਰਹਿੰਦੀ ਹੈ। ਸੋ ਪਹਿਲਾਂ ਤੁਹਾਨੂੰ ਵਜ੍ਹਾ ਜਾਣਨੀ ਹੁੰਦੀ ਹੈ ਵੀ ਗਲਤੀ ਕਿਸ ਦੀ ਹੈ।
ਔਰ ਹਰੇਕ ਚੀਜ਼ ਦੀ ਰੈਮੇਡੀ ਵੀ ਹੈ। ਜੇ ਸਰਕਾਰ ਦੀ ਉਹ ਗਲਤੀ ਹੈ ਔਰ ਸਰਕਾਰ ਨੇ ਤੁਹਾਨੂੰ ਕਮਿਟ ਕਰਤਾ ਵੀ ਅਸੀਂ ਤੁਹਾਡੀ ਐਪਲੀਕੇਸ਼ਨ 16 ਮਹੀਨੇ 'ਚ ਪ੍ਰੋਸੈਸ ਕਰਾਂਗੇ, ਔਰ ਜੇ ਉਹ ਪ੍ਰੋਸੈਸ ਨਹੀਂ ਕਰ ਰਹੇ, ਤੁਹਾਡੇ ਕੋਲ ਕੋਈ ਰੀਜ਼ਨੇਬਲ ਗਰਾਊਂਡ ਨਹੀਂ ਹੈ, ਕੋਈ ਇਨਵੈਸਟੀਗੇਸ਼ਨ ਨਹੀਂ ਹੈ, ਕੋਈ ਥਰਡ ਪਾਰਟੀ ਵੈਰੀਫਿਕੇਸ਼ਨ ਨਹੀਂ ਹੈ ਜਿਹੜੀ ਤੁਹਾਡੀ ਐਪਲੀਕੇਸ਼ਨ ਨੂੰ ਰੋਕ ਰਹੀ ਹੈ, ਸਿਰਫ ਇਹ ਗੱਲ ਕਰਕੇ ਵੀ ਉਹਨਾਂ ਕੋਲ ਜਿਹੜੇ ਰਿਸੋਰਸਿਸ ਨੇ ਉਹਦੀ ਕਮੀ ਕਰਕੇ ਰੋਕਿਆ ਜਾ ਰਿਹਾ, ਤਾਂ ਬਿਲਕੁਲ ਤੁਸੀਂ ਕੋਰਟ ਜਾ ਸਕਦੇ ਹੋ, ਰਿਟ ਆਫ ਮੈਂਡੇਮਸ ਅਪਲਾਈ ਕਰ ਸਕਦੇ ਹੋ, ਜਿੱਥੇ ਤੁਹਾਨੂੰ ਕੋਰਟ ਜਿਹੜਾ ਹੈਗਾ ਸਰਕਾਰ ਨੂੰ ਮਜਬੂਰ ਕਰੇਗਾ ਤੁਹਾਡਾ ਐਪਲੀਕੇਸ਼ਨ ਡਿਸਾਈਡ ਕਰਨ 'ਤੇ। ਔਰ ਬਹੁਤ ਹੀ ਜਿਹੀਆਂ ਐਪਲੀਕੇਸ਼ਨ ਜਦੋਂ ਅਸੀਂ ਕਰਦੇ ਹਾਂ ਤਾਂ ਪਹਿਲੇ ਨੋਟਿਸ 'ਤੇ ਹੀ ਐਪਲੀਕੇਸ਼ਨ ਦਾ ਡਿਸੀਜਨ ਜਿਹੜਾ ਮਿਲ ਜਾਂਦਾ ਜੀ। ਆਮ ਬੰਦਾ ਇਸ ਅਪੀਲ ਵਾਲੇ ਪਾਸੇ ਆਉਣ ਤੋਂ ਜਾਂ ਫਿਰ ਕੁਝ ਉਹਦੇ ਖਿਲਾਫ ਜਾਣ ਤੋਂ ਉਹ ਡਰਦਾ ਕੰਨੀ ਕਤਰਾਉਂਦਾ ਹੈ, ਕਿਉਂਕਿ ਸਲਾਹ ਵੀ ਨਹੀਂ ਦਿੰਦੇ ਬਹੁਤੇ ਜਾਣੇ ਇਸ ਗੱਲ ਦੀ ਵੀ ਤੁਸੀਂ ਇਦਾਂ ਵੀ ਕਰ ਸਕਦੇ ਹੋ। ਬਹੁਤੀ ਵਾਰੀ ਅਸੀਂ ਜਾਂ ਵਾਪਸ ਲੈ ਲਈਦਾ ਜਾਂ ਫਿਰ ਉਡੀਕ ਦੇ ਵਿੱਚ ਬੈਠੇ ਰਹੀਦਾ, ਕਿਉਂਕਿ ਲੋਕਾਂ ਨੂੰ ਡਬਲ ਕੀ ਟ੍ਰਿਪਲ ਸਮਾਂ ਵੀ ਹੋ ਗਿਆ, ਜੋ ਇੱਕ ਮਿੱਥੇ ਸਮੇਂ ਦੀ ਇੰਨੀ ਸੀਗੀ ਬੁਨਿਆਦ ਵੀ ਇਹਦੇ ਵਿੱਚ ਤੁਹਾਡਾ ਡਿਸੀਜਨ ਆਊਗਾ, ਦੂਣਾ ਟਾਈਮ 3 ਗੁਣਾ ਵੀ ਕਈਆਂ ਨੂੰ ਹੋ ਗਿਆ। ਖੈਰ ਸਾਹਿਬ, ਤੁਸੀਂ ਅਪੀਲ ਦੀ ਗੱਲ ਕਰਦੇ ਸੀ, ਮੈਂ ਹੁਣ ਵਿਸ਼ਵਾਸ ਦੀ ਗੱਲ ਕਰਨ ਲੱਗਾ। ਯਕੀਨ ਹੁੰਦਾ ਨਾ ਇੱਕ ਵਾਰੀ, ਮੰਨ ਲਓ ਹੁਣ ਜਿਹੜੇ ਤੁਹਾਡੇ ਨਾਲ ਬਹੁਤ ਦੇਰ ਤੋਂ ਕੰਮ ਕਰਦੇ ਨੇ ਜਾਂ ਤੁਹਾਡੇ ਨਾਲ ਪੱਕੇ ਕਲਾਇੰਟ ਨੇ, ਤੁਹਾਡੇ ਕੋਲ ਸਰਵਿਸਿਜ਼ ਲੈਂਦੇ ਨੇ, ਉਹਨਾਂ ਦਾ ਯਕੀਨ ਵੱਜਿਆ ਵੀ ਅਸੀਂ CWC ਜਾਵਾਂਗੇ, ਸਾਡਾ ਕੰਮ ਹੋਇਆ, ਸਾਡੇ ਫਲਾਣੇ ਦਾ ਹੋਇਆ, ਤਾਂ ਸਾਡਾ ਕੰਮ ਹੋਊਗਾ। ਇੱਦਾਂ ਇਮੀਗ੍ਰੇਸ਼ਨ ਦੇ ਉੱਤੇ ਲੋਕਾਂ ਦਾ ਯਕੀਨ ਹੁੰਦਾ ਸੀਗਾ ਕਿ ਬਈ 21 ਦਿਨਾਂ ਦੇ ਵਿੱਚ ਵੀਜ਼ਾ ਟੂਰਿਸਟ ਆਉਣਾ। ਜੇ ਹੁਣ ਕਿਸੇ ਸਟੂਡੈਂਟ ਨੂੰ ਵਰਕ ਪਰਮਿਟ ਚਾਹੀਦਾ ਤੇ ਬਈ ਮੇਰਾ 2 ਜਾਂ 3 ਮਹੀਨਿਆਂ ਦੇ ਵਿੱਚ 4 ਹਫ਼ਤਿਆਂ ਦਾ 6 ਹਫ਼ਤਿਆਂ ਦਾ ਟਾਈਮ ਹੁੰਦਾ ਸੀ, ਉਹ 4 ਮਹੀਨੇ ਹੋ ਗਏ ਨੇ, ਮਤਲਬ 5 ਗੁਣਾ ਟਾਈਮ ਉੱਤੇ ਹੋ ਗਿਆ ਲੋਕਾਂ ਨੂੰ, 6 ਗੁਣਾ ਸਮਾਂ ਉੱਤੇ ਹੋ ਗਿਆ। ਉਹਦੇ ਵਿੱਚ ਕੀ ਆ, ਵਿਸ਼ਵਾਸ ਮਰ ਰਿਹਾ ਲੋਕਾਂ ਦਾ ਇਮੀਗ੍ਰੇਸ਼ਨ ਦੇ ਉੱਤੇ। ਕਿਸੇ ਨੂੰ ਹੁਣ ਮੇਰੇ ਜਾਣੂਕਾਰ ਨੇ ਕਈ, ਜੇ ਫੈਡਰਲ ਦੀ ਫਾਈਲ ਪ੍ਰੋਸੈਸਿੰਗ ਦਾ ਸਮਾਂ 15 ਮਹੀਨੇ ਜਾਂ 18 ਮਹੀਨੇ ਆ, 48 ਮਹੀਨੇ ਹੋ ਗਏ ਨੇ। ਮਤਲਬ ਉਹ ਚਿੱਠੀਆਂ ਪਵਾ ਕੇ ਐਮਪੀਆਂ ਕੋਲ ਲੈਟਰਾਂ, ਪਤਾ ਨਹੀਂ ਉਹਨਾਂ ਦਾ ਕੋਈ ਅਸਰ ਵੀ ਹੁੰਦਾ ਕਿ ਨਹੀਂ ਹੁੰਦਾ, ਇਹ ਪਤਾ ਨਹੀਂ, ਪਰ ਆਪਣੇ ਵੱਲੋਂ ਕਰੀ ਜਾਂਦੇ। ਉਹ ਵਿਸ਼ਵਾਸ ਤੁਹਾਨੂੰ ਲੱਗਦਾ ਇਮੀਗ੍ਰੇਸ਼ਨ ਦੇ ਉੱਤੇ ਲੋਕਾਂ ਦਾ ਡਾਊਨ ਜਿਹਾ ਹੁੰਦਾ ਜਾ ਰਿਹਾ? ਜੀ ਬਿਲਕੁਲ, ਜਿਹੜਾ ਇਹ ਪਹਿਲਾਂ ਵੀ ਹੋ ਚੁੱਕਿਆ ਜੀ। ਪਹਿਲਾਂ ਸਰਕਾਰ ਨੇ ਇੱਕ ਦਫਾ ਦੇ ਡਿਸਾਈਡ ਕੀਤਾ ਸੀ ਜਿੱਥੇ ਉਹ ਐਪਲੀਕੇਸ਼ਨ ਪ੍ਰੋਸੈਸ ਕਰਨ ਲਈ ਇਨਕੈਪੇਬਲ ਹੋ ਗਏ ਸੀ, ਜਿੱਥੇ ਉਹਨਾਂ ਨੂੰ ਲੱਗਦਾ ਸੀਗਾ, ਜਿਹੜੀ ਪਿਛਲੀ ਸਰਕਾਰ ਸੀ, ਕੰਜ਼ਰਵੇਟਿਵ ਦੀ ਸਰਕਾਰ ਸੀ, ਨਾਟ ਐਗਜ਼ਿਸਟਿੰਗ ਰੂਲਿੰਗ ਪਾਰਟੀ, ਆਈ ਥਿੰਕ ਸਾਲ 2008 ਦੇ ਵਿੱਚ ਉਹਨਾਂ ਨੇ 3.5 ਲੱਖ ਪਲੱਸ ਐਪਲੀਕੇਸ਼ਨਾਂ ਵਾਪਸ ਕਰਤੀਆਂ ਸੀ ਸਕਿਲਡ ਵਰਕਰਸ ਦੀਆਂ, ਬਿਕੋਜ਼ ਉਹ ਸਮਝਦੇ ਸੀ ਵੀ ਜਿਹੜੇ ਇਹ ਐਪਲੀਕੈਂਟਸ ਨੇ ਜਿਹਨਾਂ ਨੇ ਅਪਲਾਈ ਕੀਤਾ, ਇਹਨਾਂ ਨੇ 67 ਪੁਆਇੰਟਸ ਦੇ ਬੇਸਿਸ 'ਤੇ ਅਪਲਾਈ ਕੀਤਾ, ਇਹ ਅਨਡਿਜ਼ਾਇਰਡ ਐਪਲੀਕੈਂਟਸ ਨੇ, ਕੈਨੇਡਾ ਨੂੰ ਇਹਨਾਂ ਦੀ ਅੱਜ ਦੀ ਜ਼ਰੂਰਤ ਨਹੀਂ ਹੈ। ਅੱਜ ਦੀ ਜ਼ਰੂਰਤ, ਉਹਨਾਂ ਨੇ ਕਿਹਾ ਸੀ ਵੀ ਅਸੀਂ ਰੀਫਾਰਮ ਕਰਾਂਗੇ ਇਮੀਗ੍ਰੇਸ਼ਨ ਪ੍ਰੋਗਰਾਮ, ਤਾਂ ਹੀ ਉਹਨਾਂ ਨੇ ਐਕਸਪ੍ਰੈਸ ਐਂਟਰੀ ਲੈ ਕੇ ਆਏ ਸੀ। ਉਹਦਾ ਰੀਜ਼ਨ ਇਹ ਵੀ ਸੀਗਾ ਬਿਕੋਜ਼ ਸਰਕਾਰ ਨੇ ਉਸ ਵਕਤ ਵੀ ਕਈ ਇੰਡੀਵਿਜੂਅਲ ਨੂੰ ਪ੍ਰੋਮਿਸ ਕੀਤਾ ਸੀ ਵੀ ਤੁਹਾਨੂੰ ਅਸੀਂ ਇਮੀਗ੍ਰੇਸ਼ਨ 60 ਮਹੀਨਿਆਂ 'ਚ ਦੇਵਾਂਗੇ, 48 ਮਹੀਨਿਆਂ 'ਚ ਦੇਵਾਂਗੇ। ਤਾਂ ਲੋਕਾਂ ਨੂੰ ਉਹ ਵੇਟ ਕਰਦੇ 7 ਸਾਲ 8 ਸਾਲ ਵੀ ਹੋ ਗਏ ਸੀ ਤੇ ਉਹਨਾਂ ਦੀ ਐਪਲੀਕੇਸ਼ਨ ਦਾ ਕੋਈ ਡਿਸੀਜਨ ਨਹੀਂ ਹੁੰਦਾ ਸੀ। ਤਾਂ ਜਦੋਂ ਜਾ ਕੇ ਕੋਈ ਇੰਡੀਵਿਜੂਅਲ ਕੋਰਟ ਦੇ ਵਿੱਚ ਖੜਦਾ, ਕਿਉਂਕਿ ਇਮੀਗ੍ਰੇਸ਼ਨ ਜਿਹੜਾ ਸਿਸਟਮ ਹੈਗਾ ਬਾਈ ਜੀ, ਉਹ ਟਰਾਂਸਪੇਰੈਂਟ ਵੀ ਹੈ, ਉਹ ਕੁਝ ਪ੍ਰਿੰਸੀਪਲਸ 'ਤੇ ਕੰਮ ਕਰਦਾ, ਪ੍ਰੋਸੀਜਰਲੀ ਫੇਅਰ ਹੈ, ਔਰ ਪ੍ਰਿੰਸੀਪਲ ਆਫ ਨੈਚੁਰਲ ਜਸਟਿਸ 'ਤੇ ਕੰਮ ਕਰਦਾ। ਤੁਹਾਡਾ ਸਵਾਲ ਇਹ ਵੀ ਸੀ ਵੀ ਜਦੋਂ ਅਸੀਂ ਕਿਸੇ ਨੂੰ ਫਰਜ਼ ਕੀਤਾ ਕੋਰਟ ਦੇ ਵਿੱਚ ਜਾਂਦੇ ਹਾਂ, ਉਹਨੂੰ ਇੱਕ ਨੈਗੇਟਿਵਲੀ ਨਹੀਂ ਦੇਖਿਆ ਜਾਂਦਾ ਐਪਲੀਕੇਸ਼ਨ ਦੇ ਵਿੱਚ, ਬਿਲਕੁਲ ਇਹੋ ਜਿਹਾ ਕੋਈ ਨੈਗੇਟਿਵਲੀ ਨਹੀਂ ਦੇਖਿਆ ਜਾਂਦਾ। ਤੁਸੀਂ ਆਪਣੇ ਰਾਈਟ ਦੀ ਗੱਲ ਕਰਦੇ ਹੋ, ਔਰ ਆਫਿਸਰ ਜਿਹੜਾ ਹੈਗਾ ਉਹਨੇ ਤੁਹਾਨੂੰ ਸਰਵਿਸ ਪ੍ਰੋਵਾਈਡ ਕਰਨੀ ਹੈ। ਇੰਡੀਅਨ ਜਿਹੜੇ ਇੰਡੀਆ ਤੋਂ ਸਪੈਸ਼ਲੀ ਹੁੰਦੇ ਨੇ, ਉਹ ਇੱਕ ਸੈੱਟ ਉਹਨਾਂ ਦੀ ਕਈ ਵਾਰ ਸੋਚ ਬਣੀ ਹੁੰਦੀ ਹੈ, ਬਿਕੋਜ਼ ਉਹ ਜਦੋਂ ਸਰਕਾਰੀ ਡਿਪਾਰਟਮੈਂਟ ਨਾਲ ਗੱਲ ਕਰਦੇ ਨੇ ਤਾਂ ਉਹ ਡਿਫਰੈਂਟ ਤਰੀਕੇ ਨਾਲ ਸੋਚ ਦੇ ਵਿੱਚ ਕੰਮ ਕਰਦੇ ਨੇ ਵੀ ਅਸੀਂ ਇਹ ਇੰਡੀਵਿਜੂਅਲ ਨੂੰ ਨਾਰਾਜ਼ ਨਾ ਕਰ ਲਈਏ। ਪਰ ਤੁਸੀਂ ਇਸ ਅਪੀਲ ਤੇ ਕਾਫੀ ਹਮੇਸ਼ਾ ਜ਼ੋਰ ਦਿੰਦੇ ਹੋ ਵੀ ਤੁਹਾਡਾ ਹੱਕ ਹੈ, ਅਧਿਕਾਰ ਹੈ, ਪਰ ਲੋਕਾਂ ਨੂੰ ਇਸ ਚੀਜ਼ ਬਾਰੇ ਅਵੇਅਰਨੈਸ ਨਹੀਂ ਹੈਗੀ, ਲੋਕਾਂ ਨੂੰ ਪਤਾ ਹੀ ਨਹੀਂ ਹੈ ਇਸ ਰਸਤੇ, ਉਹਨਾਂ ਨੂੰ ਲੱਗਦਾ ਵੀ ਇਹ ਰਸਤਾ ਹੈ ਹੀ ਨਹੀਂ, ਕੋਈ ਐਗਜ਼ਿਸਟ ਹੀ ਨਹੀਂ ਕਰਦਾ। ਬਿਲਕੁਲ, ਕਿਉਂਕਿ ਜਿਸ ਕੰਟਰੀ ਦੇ ਵਿੱਚ ਉਹ ਰਹਿ ਰਹੇ ਹੁੰਦੇ ਨੇ, ਉੱਥੇ ਉਹ ਜੁਡੀਸ਼ਰੀ ਜਿਹੜੀ ਇੰਨੀ ਸਟਰੋਂਗ, ਜਿਹੜੀ ਉਹਦੀ ਐਪਲੀਕੇਸ਼ਨ ਇੰਨੀ ਸਟਰੋਂਗ ਨਹੀਂ। ਆਫਕੋਰਸ ਉਹਦੇ ਐਕਸ਼ਨਸ ਹੋਣਗੇ, ਪਰ ਜਦੋਂ ਤੁਸੀਂ ਕੋਈ ਆਪਣਾ ਅਧਿਕਾਰ ਦੀ ਗੱਲ ਕਰਦੇ ਹੋ, ਉੱਥੇ ਜਦੋਂ ਤੁਸੀਂ ਕੋਈ ਐਪਲੀਕੇਸ਼ਨ ਲਾਉਣੀ ਹੈ ਤਾਂ ਕੋਰਟ ਦੇ ਵਿੱਚ ਇਟਸੈਲਫ ਹੀ 10 ਸਾਲ ਦੀ ਵੇਟਿੰਗ ਹੈ। ਇੱਥੇ ਪਰ ਉਹ ਕੈਨੇਡਾ 'ਚ ਉਹ ਸਿਸਟਮ ਨਹੀਂ ਨਾ ਹੈਗਾ। ਤੇ ਤੁਸੀਂ ਇੱਥੇ ਅਪਲਾਈ ਕਰਦੇ ਹੋ, ਇੱਥੇ ਤੁਹਾਨੂੰ ਇਹ ਕੋਰਟਸ ਬਹੁਤ ਰਿਸਪੌਂਸਿਵ ਨੇ, ਪ੍ਰੋਸੀਜਰਲੀ ਫੇਅਰ ਨੇ, ਔਰ ਉਹ ਜਿਹੜੀ ਗੱਲ ਕਰਦੇ ਨੇ, ਉਹ ਗੱਲ ਕਰਦੇ ਨੇ ਵੀ ਜਦੋਂ ਤੁਸੀਂ ਕਿਸੇ ਨੇ ਫੀ ਪੇ ਕਰਤੀ ਤਾਂ ਤੁਹਾਨੂੰ ਰਾਈਟ ਟੂ ਸਰਵਿਸ ਹੈ, ਇੰਡੀਵਿਜੂਅਲ ਨੇ ਤੁਹਾਨੂੰ ਸਰਵਿਸ ਦੇਣ ਦਾ। ਤੇ ਜੇ ਤੁਸੀਂ ਗਵਰਨਮੈਂਟ ਨੂੰ ਤਾਂ ਫੀਸ ਪੇ ਕਰਦੇ ਹੋ, ਤਾਂ ਗਵਰਨਮੈਂਟ ਉਸ ਗੱਲ ਤੋਂ ਆਪਣੀ ਉਹ ਸਰਵਿਸ ਦੇਣ ਤੋਂ ਭੱਜ ਨਹੀਂ ਸਕਦੀ। ਗਵਰਨਮੈਂਟ ਆਫ ਕੋਰਸ ਉਹ ਰੀਜ਼ਨ ਲਿਆ ਸਕਦੀ ਹੈ ਵੀ ਸਾਡੇ ਕੋਲ ਰਿਸੋਰਸਿਸ ਦੀ ਕਮੀ ਹੈ, ਸਾਡੇ ਕੋਲ ਇਸ ਚੀਜ਼ ਦੀ ਕਮੀ ਹੈ, ਉਹ ਕੋਰਟ 'ਚ ਸਟੈਂਡ ਹੀ ਨਹੀਂ ਕਰਦੇ, ਉਹ ਰੀਜ਼ਨ। ਤਾਂ ਉਹ ਇਸ ਲਈ ਤੁਹਾਡੀ ਜਿਹੜੀ ਐਪਲੀਕੇਸ਼ਨ ਦਾ ਡਿਸੀਜਨ ਛੇਤੀ ਹੋ ਜਾਂਦਾ। ਮੈਂ 2 ਸਵਾਲ ਤੁਹਾਨੂੰ ਹੋਰ ਪੁੱਛਣੇ ਆ। ਪਹਿਲਾਂ ਤੇ ਜਿਹੜਾ ਹੁਣ ਇਹ ਬੰਦੇ ਦੱਸੇ ਵੀ ਇਸ ਸਾਲ 5 ਲੱਖ, ਇਸ ਸਾਲ 4.5 ਲੱਖ, ਇਸ ਸਾਲ 4.5 ਲੱਖ ਬੰਦਾ ਆਉਣਾ, ਇਹਦੇ ਵਿੱਚ ਕੁਝ ਇਹ ਵੀ ਚੀਜ਼ਾਂ ਕਿਸੇ ਢੰਗ ਤਰੀਕੇ ਨਾਲ ਨਿਰਧਾਰਿਤ ਹੋ ਸਕਦੀਆਂ ਵੀ ਕਿਹੜੇ ਮੁਲਕ ਤੋਂ ਬੰਦੇ ਆਉਣਗੇ, ਜਾਂ ਕਿਹੜੇ ਮੁਲਕ ਦੇ ਇਮੀਗ੍ਰੇਸ਼ਨ ਦੇ ਝੁਕਾਣ ਜ਼ਿਆਦਾ ਹੋਣਗੇ, ਜਾਂ ਕਿੰਨਾਂ ਦੇ ਮੁਲਕਾਂ ਦੇ ਅਪਰੂਵਲ ਰੇਟਸ ਜ਼ਿਆਦਾ ਨੇ?
ਯੈਸ, ਇਹ ਡਿਪੈਂਡ ਕਰਦਾ ਬਈ ਜੀ। ਇੰਡੀਆ ਜਿਹੜਾ ਹੈਗਾ ਪਿਛਲੇ 2 ਸਾਲਾਂ ਤੋਂ ਟਾਪ ਇਮੀਗ੍ਰੈਂਟ ਸੋਰਸ ਕੰਟਰੀ ਹੈਗਾ ਕਿਸੇ ਵੀ ਕੈਟਾਗਰੀ, ਚਾਹੇ ਉਹ ਪਰਮਾਨੈਂਟ ਕੈਟਾਗਰੀ ਹੈ ਚਾਹੇ ਉਹ ਟੈਂਪਰੇਰੀ ਕੈਟਾਗਰੀ ਹੈ। ਸੈਕੰਡ ਨੰਬਰ ਤੇ ਚਾਈਨਾ ਹੈ, ਉਹ ਤੋਂ ਬਾਅਦ ਡਿਫਰੈਂਟ ਕੰਟਰੀਜ਼ ਆ ਜਾਂਦੀਆਂ ਨੇ, ਫਿਰ ਨਾਈਜੀਰੀਆ ਹੈਗਾ, ਲਿਸਟ ਲੰਬੀ ਹੈ ਰਾਈਟ, ਜਿਹੜੀ ਕਿ ਇੰਟਰਨੈਟ ਤੇ ਤੁਸੀਂ ਦੇਖ ਸਕਦੇ ਹੋ। ਪਰ ਆਫ ਕੋਰਸ ਜਿਵੇਂ ਤੁਸੀਂ ਕਿਹਾ ਸੀ ਵੀ ਇਹ ਕਿਸ ਤਰ੍ਹਾਂ ਨਿਰਧਾਰਿਤ ਕਰਦੀ ਹੈ ਸਰਕਾਰ ਜਿਹੜੀ ਹੈ, ਜਿਵੇਂ ਮੈਂ ਕਿਹਾ ਸਿਸਟਮ ਟਰਾਂਸਪੇਰੈਂਟ ਹੈ ਔਰ ਇਹ ਡਿਸਕ੍ਰਿਮੀਨੇਸ਼ਨ ਬੇਸਡ ਨਹੀਂ ਹੈ ਸਿਸਟਮ, ਡਿਸਕ੍ਰਿਮੀਨੇਟ ਨਹੀਂ ਕਰਦੇ ਵੀ ਕਿਸ ਨੈਸ਼ਨੈਲਿਟੀ ਤੋਂ ਲੋਕ ਆ ਰਹੇ ਨੇ। ਠੀਕ ਹੈ। ਪਰ ਇਨਡਾਇਰੈਕਟਲੀ ਕੀ ਹੁੰਦਾ ਵੀ ਜਿਹੜੀਆਂ ਸੋਰਸ ਕੰਟਰੀ ਤੋਂ ਐਪਲੀਕੇਸ਼ਨ ਜ਼ਿਆਦਾ ਲੱਗਦੀਆਂ ਨੇ ਤਾਂ ਉਹਨਾਂ ਨੂੰ ਪ੍ਰੋਸੈਸ ਕਰਨ ਨੂੰ ਵੀ ਜ਼ਿਆਦਾ ਟਾਈਮ ਲੱਗਦਾ। ਜਿਹੜੀਆਂ ਕੰਟਰੀ 'ਚ ਘੱਟ ਸਮਾਂ ਲੱਗਦਾ ਉੱਥੋਂ ਐਪਲੀਕੈਂਟ ਜਲਦੀ ਆ ਸਕਦਾ, ਪਰ ਉੱਥੋਂ ਐਪਲੀਕੇਸ਼ਨਾਂ ਵੀ ਘੱਟ ਨੇ, ਐਪਲੀਕੈਂਟ ਵੀ ਘੱਟ ਨੇ। ਯੈਸ, ਕੈਨੇਡਾ ਇੱਕ ਡਿਜ਼ਾਇਰਡ ਕੰਟਰੀ ਬਣ ਰਿਹਾ, ਕਾਫੀ ਮੁਲਕਾਂ ਤੋਂ ਲੋਕ ਜਿਹੜੇ ਇੱਥੇ ਆਉਣਾ ਚਾਹੁੰਦੇ ਨੇ ਹੁਣ। ਇਸ ਦਾ ਸਭ ਤੋਂ ਬੜਾ ਪ੍ਰਾਈਮ ਇੱਕ ਐਗਜ਼ਾਮਪਲ ਹੈ, ਜਿਵੇਂ ਖਾਸ ਕਰਕੇ ਆਪਾਂ ਸਟੂਡੈਂਟ ਵੀਜ਼ੇ ਦੀ ਗੱਲ ਕਰਦੇ ਸੀ, ਜਿੱਥੇ ਸਟੂਡੈਂਟਸ ਨੂੰ ਲੈ ਕੇ ਉਹਨਾਂ ਦੀ ਐਕਸਪਲੋਇਟੇਸ਼ਨ ਨੂੰ ਲੈ ਕੇ ਬਹੁਤ ਡਾਕੂਮੈਂਟਰੀਜ਼ ਵੀ ਬਣੀਆਂ ਔਰ ਬਹੁਤ ਸੀਰੀਅਸ ਮੁੱਦਾ ਵੀ ਬਣਿਆ ਹੋਇਆ ਕੈਨੇਡਾ 'ਚ। ਤਾਂ ਸਰਕਾਰ ਨੇ ਕੀ ਕੀਤਾ, ਪਹਿਲਾਂ ਜਿਹੜਾ ਸਟੂਡੈਂਟ ਡਾਇਰੈਕਟ ਸਟਰੀਮ ਸੀ ਜਿਹੜੀਆਂ ਸਿਰਫ 5 ਕੰਟਰੀਜ਼ ਨਾਲ ਸਾਈਨ ਸੀ, ਅੱਜ ਉਹ 15 ਕੰਟਰੀ ਨਾਲ ਸਾਈਨ ਕਰ ਲਿਆ। ਉਧਰੋਂ ਸੋਰਸ ਕੰਟਰੀ ਉਹ ਕੋਸ਼ਿਸ਼ ਕਰ ਰਹੇ ਨੇ ਵੀ ਉਹ ਕੰਟਰੀਜ਼ ਤੋਂ ਸਟੂਡੈਂਟ ਜਿਹੜੇ ਨੇ ਜ਼ਿਆਦਾ ਆਉਣ, ਇੰਡੀਆ ਤੋਂ ਜਿਹੜੇ ਸਟੂਡੈਂਟਸ ਹੈ ਸ਼ਾਇਦ ਘੱਟ ਆਉਣ। ਔਰ ਕਾਲਜਿਸ ਜਿਹੜੇ ਨੇ ਉਹ ਵੀ ਪਾਰਟਿਕੂਲਰਲੀ ਜਦੋਂ ਇੰਡੀਅਨ ਕਿਸੇ ਸਬ ਕੰਟੀਨੈਂਟ ਤੋਂ ਐਪਲੀਕੇਸ਼ਨ ਜਾਂਦੀ ਹੈ ਉਹਦੀ ਜਿਹੜੀ ਲੈਟਰ ਆਫ ਐਕਸੈਪਟੈਂਸ ਹੈ ਉਹਨੂੰ ਦੇਰੀ ਕਰਦੇ ਨੇ, ਵੇਅਰ ਐਜ਼ ਕਿਸੇ ਹੋਰ ਕੰਟਰੀ ਦੇ ਵਿੱਚ ਜਾਂਦੀ ਹੈ, ਕਿਉਂਕਿ ਇਸ਼ੂ ਤਾਂ ਤੁਹਾਨੂੰ ਸਟੂਡੈਂਟ ਵੀਜ਼ਾ ਲੈਟਰ ਆਫ ਐਕਸੈਪਟੈਂਸ ਦੀ ਵਜ੍ਹਾ ਕੀ, ਇਹਦੀ ਵਜ੍ਹਾ ਐਕਸਪਲੋਇਟੇਸ਼ਨ ਕਿ ਜਾਂ ਕੋਈ ਠੱਗੀ ਠੋਰੀ ਚਲਾਕੀ ਜਾਂ ਕੋਈ ਫਰੇਬ ਫਰਾਡ ਦੇ ਕੇਸਿਸ ਵੀ ਸਾਹਮਣੇ ਆਏ? ਆਈ ਥਿੰਕ ਇਨਡਾਇਰੈਕਟਲੀ ਹੋ ਸਕਦਾ ਵੀ ਉਹ ਚਾਹੁੰਦੇ ਹੋਣ ਵੀ ਜਿਹੜੀ ਮਿਕਸ ਬਾਸਕਟ ਹੋਵੇ, ਇੱਕ ਡੋਮੀਨੈਂਸ ਨਾ ਹੋਵੇ। ਹੁਣ ਕਈ ਕਾਲਜਿਸ ਇਹੋ ਜਿਹੇ ਨੇ ਜਿੱਥੇ 100% ਜਿਹੜੀ ਹੈ ਸਪੈਸ਼ਲੀ ਪ੍ਰਾਈਵੇਟ ਇਹੋ ਜਿਹੇ ਕਾਲਜਿਸ ਜਿੱਥੇ ਸਿਰਫ ਇੰਡੀਅਨ ਸਟੂਡੈਂਟਸ 100% ਇੰਡੀਅਨ ਸਟੂਡੈਂਟਸ ਨੇ। ਸੋ ਇਸ ਕਰਕੇ ਕਾਲਜਿਸ ਇਹ ਚਾਹੁੰਦੇ ਨੇ ਵੀ ਸਾਡੇ ਕੋਲ ਵੀ ਜਿਹੜੇ ਹੈਗੇ ਮਿਕਸ ਕਲਾਇੰਟ ਆਫ। ਅੱਛਾ, ਜਦੋਂ ਹੁਣ ਪਿੱਛੇ ਜੇ ਅਸੀਂ ਫਰਾਡ ਸੁਣਦੇ ਆ ਵੀ ਕੋਈ ਕਾਲਜ ਫਰਾਡ ਕਰ ਗਿਆ, ਫਿਰ ਸੁਣੀਦਾ ਵੀ ਕਿਤੇ ਕੋਈ ਕੰਸਲਟੈਂਟ ਇੰਡੀਆ ਬੈਠਾ ਝੂਠੇ ਡਾਕੂਮੈਂਟਸ ਲਾ ਕੇ ਨਾਲ ਫਾਈਲਾਂ ਲਾਤੀਆਂ, ਇਹ ਚੀਜ਼ਾਂ ਅਸਰ ਪਾਉਂਦੀਆਂ ਨੇ ਸਾਰਾ ਕੁਝ? ਬਿਲਕੁਲ, ਇਹਦਾ ਬਹੁਤ ਨੈਗੇਟਿਵ ਅਸਰ ਪੈਂਦਾ, ਸਿਸਟਮ 'ਚ ਫਲॉ ਦਿਖਦਾ ਹੈਗਾ। ਯੈਸ, ਉਹਦਾ ਇੱਕ ਰਿਐਕਸ਼ਨ ਵੀ ਹੁੰਦਾ ਔਰ ਗਵਰਨਮੈਂਟ ਰਿਐਕਟ ਕਰਦੀ ਹੈ। ਜਦੋਂ ਗਵਰਨਮੈਂਟ ਰਿਐਕਟ ਕਰਦੀ ਹੈ ਆਫ ਕੋਰਸ ਉਹਦੇ ਕਨਸੀਕੁਐਂਸਿਸ ਜਿਹੜੇ ਨੇ ਉਹ ਭੁਗਤਣੇ ਪੈਂਦੇ ਨੇ, ਔਰ ਉਹ ਤੁਹਾਡੇ ਸਾਹਮਣੇ ਨੇ। ਜਿਹੜਾ ਰਿਫਿਊਜ਼ਲ ਰੇਟ ਹੈ ਉਹ ਵਧਿਆ ਹੋਇਆ ਕਿਉਂਕਿ ਡਾਕੂਮੈਂਟ ਦੀ ਜਿਹੜੀ ਵੈਰੀਫਿਕੇਸ਼ਨ ਹੈ, ਸਰਕਾਰ ਕੋਲ ਇੰਨਾ ਸਮਾਂ ਨਹੀਂ ਹੈ ਵੀ ਉਹਨੂੰ ਕੋਈ ਵੈਰੀਫਾਈ ਕਰ ਸਕੇ ਅੰਟਿਲ ਅਨਲੈਸ ਜੇ ਕਈ ਪ੍ਰਾਈਵੇਸੀ ਰੂਲਸ ਕੈਨੇਡਾ ਦੇ ਵਿੱਚ ਇਹੋ ਜਿਹੇ ਨੇ ਜਿੱਥੇ ਉਹ ਕਲਾਇੰਟ ਦੀ ਆਇਡੈਂਟੀਟੀ ਇਸ ਤਰ੍ਹਾਂ ਓਪਨ ਨਹੀਂ ਕੀਤੀ ਜਾ ਸਕਦੀ ਬਿਨਾਂ ਉਹਦੀ ਪਰਮਿਸ਼ਨ ਤੋਂ। ਇਸ ਕਰਕੇ ਕਾਲਜਿਸ ਇੱਕ ਜਿਵੇਂ ਕਈ ਸਪੈਸ਼ਲੀ ਪ੍ਰਾਈਵੇਟ ਅਦਾਰੇ ਨੇ, ਜਦੋਂ ਉਹ ਲੈਟਰ ਆਫ ਐਕਸੈਪਟੈਂਸ ਦਿੰਦੇ ਨੇ ਤਾਂ ਡੈਫੀਨਿਟਲੀ ਉਹਦਾ ਜਿਹੜਾ ਰਿਜ਼ਲਟਸ ਨੇ ਕਈ ਵਾਰ ਪੋਜ਼ਿਟਿਵ ਨਹੀਂ ਹੁੰਦੇ ਇਸ ਕਰਕੇ। ਅੱਛਾ, ਇੱਕ ਮੈਂ ਹੋਰ ਤੁਹਾਨੂੰ ਸਵਾਲ ਪੁੱਛਣਾ, ਹੁਣ ਜਦੋਂ ਕਿਸੇ ਨੇ ਕੋਈ ਟੂਰਿਸਟ ਵੀਜ਼ਾ ਕਈ ਵਾਰੀ ਘਰਦਿਆਂ ਦਾ ਜਾਂ ਕਿਸੇ ਸੱਜਣ ਮਿੱਤਰ ਦੋਸਤ ਦਾ ਅਪਲਾਈ ਕਰਵਾਉਣਾ ਹੁੰਦਾ ਨਾ, ਸਪਾਂਸਰਸ਼ਿਪ ਕਿਸੇ ਨੂੰ ਭੇਜਣੀ ਹੁੰਦੀ, ਇੱਕ ਆਮ ਗੱਲ ਚੱਲਦੀ ਹੈ ਯਾਰ MP ਦੀ ਲੈਟਰ ਨਾਲ ਲਾ ਲਓ, ਕੋਈ ਲੈ ਕੇ ਲਾ ਲਓ, ਕੁਛ ਕਿਤੇ ਕਹਿੰਦੇ ਉਹਦਾ ਕੋਈ ਫਰਕ ਨਹੀਂ ਆ, ਉਹ ਬਸ ਜਿਹੜੀ ਉਹ ਚਿੱਠੀ ਦਿੰਦੇ ਵੀ ਆ ਉਹ ਵੀ ਬਸ ਉਹਨਾਂ ਨੇ ਕਿਸੇ ਕੰਮ ਨੂੰ ਰੱਖੀ ਆ, ਉਹਦੀ ਕਿਤੇ ਕੋਈ ਵੈਲਿਊ ਹੋਲਡ ਨਹੀਂ ਕਰਦੀ। ਇਹਦੇ ਬਾਰੇ ਸਾਨੂੰ ਕਲੀਅਰ ਕੱਟ ਜਾਣਕਾਰੀ ਦਿਓ ਵੀ ਇਹ ਕਿਉਂ ਲਾਈ ਜਾਂਦੀ ਆ, ਕੀ ਲਾਉਣ ਦਾ ਫਾਇਦਾ ਵੀ ਕੋਈ ਹੁੰਦਾ? ਜੀ, ਮੈਂ ਕਈ ਵਾਰ ਇਹ ਕਹਿਣਾ ਹੁੰਦਾ ਵੀ ਜਿਹੜੇ MPs ਨੇ ਲਾਈਕ ਉਹਨਾਂ ਦਾ ਐਕਚੁਅਲੀ ਇਹ ਪ੍ਰਾਈਮ ਹੈ, ਕੋਈ ਕੰਮ ਨਹੀਂ ਹੈ, ਇਹ ਕੰਮ ਨਹੀਂ ਹੈ। ਸੋ ਜਿਹੜੀ MP ਦੀ ਚਿੱਠੀ ਹੁੰਦੀ ਹੈ ਉਹਦੀ ਜਿਹੜਾ ਵੇਟ ਹੈ ਉਹ ਉਨਾ ਹੀ ਹੁੰਦਾ ਜਿਸ ਪੇਪਰ 'ਤੇ ਉਹ ਲਿਖੀ ਹੁੰਦੀ ਹੈ। ਸੋ ਇਟ ਮੀਨਸ ਉਹਦਾ ਕੋਈ ਐਜ਼ ਸੱਚ ਕੋਈ ਉਹਦਾ ਰਿਜ਼ਲਟ ਨਹੀਂ ਮਿਲਦਾ ਤੁਹਾਨੂੰ, ਡਿਸੀਜਨ ਉਹਦੇ 'ਤੇ ਬਿਲਕੁਲ ਬੇਸ ਨਹੀਂ ਹੁੰਦਾ। ਔਰ ਇਹ ਕਿਹਾ ਵੀ ਜਾਂਦਾ MP ਆਫਿਸ ਵੀ ਤੁਸੀਂ ਜਾਓ, ਉਹ ਤੁਹਾਨੂੰ ਅਸਿਸਟ ਕਰਦੇ ਨੇ ਬਿਕੋਜ਼ ਤੁਸੀਂ ਉਹਨਾਂ ਦੇ ਕਨਸਟੀਟਿਊਐਂਟ ਹੋ, ਉਹਨਾਂ ਨੇ ਤੁਹਾਨੂੰ ਸਰਵਿਸ ਦੇਣੀ ਹੈ। ਜੇ ਤੁਸੀਂ ਚਿੱਠੀ ਲੈ ਲੈਂਦੇ ਹੋ ਤਾਂ ਕੋਈ ਪੋਜ਼ਿਟਿਵ ਇੰਪੈਕਟ ਨਹੀਂ ਹੈ। ਫਿਰ ਉਹ ਕਿਉਂ ਲਾਈ ਜਾਂਦੀ ਹੈ? ਫਿਰ ਆਮ ਕਰਕੇ ਸੋਚਿਆ ਜਾਂਦਾ ਵੀ ਜੇ ਅਸੀਂ ਲਾਵਾਂਗੇ ਚਿੱਠੀ ਤਾਂ ਚਿੱਠੀ ਲਾਉਣ ਨਾਲ ਸਾਨੂੰ ਵੀਜ਼ਾ ਦੇ ਵਿੱਚ ਕੋਈ ਸਕਸੈਸ ਮਿਲੂਗਾ, ਪਰ ਵੀਜ਼ੇ ਦਾ ਸਕਸੈਸ MP ਦੀ ਚਿੱਠੀ ਤੇ ਡਿਪੈਂਡ ਨਹੀਂ ਕਰਦਾ। ਕਈ ਵਾਰੀ ਲੋਕੀ ਕਿਸੇ ਨੂੰ ਕਹੀਏ ਨਾ ਵੀ ਨਹੀਂ ਭਾਈ ਇਹਦਾ ਕੋਈ ਅਸਰ ਨਹੀਂ, ਉਹ ਯਾਰ ਫਲਾਣੇ ਨੇ ਲਾਈ ਉਹਦਾ ਵੀਜ਼ਾ ਆ ਗਿਆ, ਦੂਜੇ ਨੇ ਲਾਈ ਉਹਦਾ ਵੀਜ਼ਾ ਨਹੀਂ ਆਇਆ, ਪਰ ਉਹ ਤੁਹਾਨੂੰ ਉਹ ਸ਼ਾਇਦ ਉਦੋਂ ਰਿਜੈਕਟ ਹੋ ਗਿਆ ਕਿਸੇ ਕਾਰਨ ਕਰਕੇ, ਪਰ ਉਹ ਰਿਫਿਊਜ਼ ਵੀ ਹੁੰਦੇ ਨੇ। ਬਹੁਤ ਇਹੋ ਜਿਹੇ ਕੇਸਿਸ ਹੋਣਗੇ ਜਿਹੜੇ ਰਿਫਿਊਜ਼ ਵੀ ਹੁੰਦੇ ਆ, ਪਰ MP ਦੀ ਚਿੱਠੀ ਨਾਲ ਕੋਈ ਤੁਹਾਨੂੰ ਰਿਜ਼ਲਟ ਗਾਰੰਟੀ ਨਹੀਂ ਹੁੰਦੇ, ਨੰਬਰ 1, ਔਰ ਉਹਦੇ ਤੇ ਕੋਈ ਇਨਫਲੂਐਂਸ ਨਹੀਂ ਹੁੰਦਾ ਵੀਜ਼ਾ ਆਫਿਸਰ ਤੇ ਕੋਈ ਵੀ ਉਸਦਾ। ਨੰਬਰ 2, MP ਦੀ ਜੇ ਤੁਸੀਂ ਚਿੱਠੀ ਵੀ ਪੜੋਗੇ ਉਹ ਸਿਰਫ ਇਹ ਕਹਿ ਰਹੇ ਹੁੰਦੇ ਨੇ ਵੀ ਇਹਨਾਂ ਦੀ ਐਪਲੀਕੇਸ਼ਨ ਵੈਰੀਫਾਈ ਕਰੋ, ਕ੍ਰੈਡੈਂਸ਼ੀਅਲ ਵੈਰੀਫਾਈ ਕਰੋ, ਮੈਂ ਇਹਨਾਂ ਨੂੰ ਜਾਣਦਾ, ਜਸਟ ਸਿਰਫ ਇੱਕ ਇੰਡੋਰਸਮੈਂਟ ਲੈਟਰ ਹੈ ਜਿਹੜੀ ਦੇ ਰਹੇ ਨੇ, ਔਰ ਉਹ
ਆਫ ਕੋਰਸ ਜਿਹੜੇ ਇੰਡੀਵਿਜੂਅਲ ਹੈ ਬਿਕੋਜ਼ ਕਮਿਊਨਿਟੀ ਇਹਨਾਂ ਨੂੰ ਚੁਣਿਆ ਹੁੰਦਾ ਜਾਂ ਉਹਨਾਂ ਦੀ ਵੈਲਿਊ ਹੈਗੀ ਹੈ ਐਜ਼ ਅ ਕੈਂਡੀਡੇਟ ਜਾਂ ਐਜ਼ ਅ ਮੈਂਬਰ ਆਫ ਪਾਰਲੀਮੈਂਟ, ਉਹ ਤੇ ਹੈਗੀ ਹੈ ਬਿਲਕੁਲ। ਪਰ ਉਹ ਚਿੱਠੀ ਦਾ ਭਾਰ ਜਿਵੇਂ ਤੁਸੀਂ ਦੱਸਿਆ ਵੀ ਉਹ ਜਿੰਨਾ ਕਾਗਜ਼ ਦਾ ਭਾਰ ਆ ਬਸ ਉਹਨਾਂ ਕੀ ਵੇਟ ਹੈ, ਬਿਲਕੁਲ ਉਹਦਾ ਕੋਈ ਇਨਫਲੂਐਂਸ ਨਹੀਂ ਹੈ। ਇੱਕ ਹੋਰ ਚਿੱਠੀ ਚੱਲਦੀ ਆ, ਇੱਕ ਚਿੱਠੀ ਹੋਰ ਉਦੋਂ ਲਾਈ ਜਾਂਦੀ ਆ ਜਦੋਂ ਤੁਹਾਡਾ ਲੈਟਰ ਹੁੰਦੀ ਹੈ ਇੱਕ ਹਿਸਾਬ ਦੀ ਇਮੀਗ੍ਰੇਸ਼ਨ ਨੂੰ, ਜਦੋਂ ਕਿਸੇ ਦੀ ਫਾਈਲਿੰਗ ਦੇ ਵਿੱਚ ਡਿਲੇ ਆ ਰਿਹਾ ਹੋਏ ਜੀ, ਫਿਰ ਕਈਆਂ ਨੂੰ ਉਹ ਵੀ ਸਲਾਹ ਦਿੰਦੇ ਆ ਵੀ ਐਮਪੀ ਕੋਲੋਂ ਲੈਟਰ ਕਰ ਲਓ ਜਾਂ ਉਹਦਾ ਕੋਈ ਅਸਰ ਪੈ ਜਾਊਗਾ, ਲਿਖਵਾ ਕੇ ਪਤਾ ਲੱਗ ਜੂ ਫਾਈਲ ਕਿੱਥੇ ਕੁ ਪਹੁੰਚੀ ਆ। ਉਹ ਕੀ ਮਸਲਾ ਜੀ, ਉਹਦਾ ਕੋਈ ਫਾਇਦਾ ਹੁੰਦਾ ਹੈ, ਉਹਦੇ ਨਾਲ ਕੋਈ ਅਸਰ ਪੈਂਦਾ? ਜੀ ਬਿਲਕੁਲ, ਉਹ ਵੈਰੀਫਿਕੇਸ਼ਨ ਜਿਹੜੀ ਤੁਹਾਡੀ ਐਪਲੀਕੇਸ਼ਨ ਜਦੋਂ ਤੁਸੀਂ ਐਮਪੀ ਆਫਿਸ ਜਾਂਦੇ ਹੋ ਤਾਂ ਤੁਹਾਡੇ ਤੋਂ ਅਥਾਰਟੀ ਲਈ ਜਾਂਦੀ ਹੈ, ਤਾਂ ਉਹ ਐਮਪੀ ਐਜ਼ ਅ ਤੁਹਾਡੇ ਰਿਪਰੈਜ਼ੈਂਟੇਟਿਵ ਬਣ ਕੇ ਇਮੀਗ੍ਰੇਸ਼ਨ ਨੂੰ ਕੰਟੈਕਟ ਕਰਦੇ ਆ। ਆਫ ਕੋਰਸ ਦੇ ਹੈਵ ਐਕਸੈਸ ਟੂ ਅ ਹੈਲਪਲਾਈਨ ਜਿੱਥੇ ਉਹ ਕਮਿਊਨੀਕੇਟ ਕਰਦੇ ਆ, ਤੁਹਾਡਾ ਮੈਸੇਜ ਪਹੁੰਚਾਇਆ ਜਾਂਦਾ, ਉੱਥੋਂ ਫਿਰ ਜਿਹੜਾ ਵੀ ਉਹਨਾਂ ਦਾ ਜਵਾਬ ਆਉਂਦਾ ਉਹ ਤੁਹਾਨੂੰ ਦੇ ਦਿੱਤਾ ਜਾਂਦਾ। ਅੱਛਾ, ਉਹ ਬਿਲਕੁਲ ਕਈ ਵਾਰ ਅਸਿਸਟ ਕਰਦਾ, ਤੁਹਾਨੂੰ ਹੈਲਪ ਕਰਦਾ, ਪਰ ਇਹ ਪੁਸ਼ ਨਹੀਂ ਕਰਦੇ, ਉਹ ਕੇਸ ਥੋੜੀ ਪੁਸ਼ ਕਰਦੇ, ਪਰ ਉਹ ਪਤਾ ਲੱਗ ਜਾਂਦਾ ਵੀ ਗੱਲ ਕਿੱਥੇ ਕੁ ਖੜੀ ਆ। ਯੈਸ, ਸਰਟਨ ਧੱਕਾ ਲੱਗਦਾ ਇਹਦੇ ਨਾਲ ਨਹੀਂ, ਸਰਟਨ ਕੇਸ ਆਫ ਕੋਰਸ ਜਦ ਤੁਹਾਨੂੰ ਸੀ ਵੈਲਿਊ ਜਿਹੜੀ ਆ ਉਹ ਇਨਫੋਰਮੇਸ਼ਨ ਦੀ ਵੈਲਿਊ ਹੈ, ਤੁਹਾਨੂੰ ਪਤਾ ਲੱਗ ਗਿਆ, ਤੁਸੀਂ ਇਹ ਪਤਾ ਵੈਸੇ ਵੀ ਲਾ ਸਕਦੇ ਹੋ। ਅੱਛਾ, ਖੁਦ ਵੀ ਲਾ ਸਕਦੇ ਹੋ। ਉਹ ਕਿੱਦਾਂ? ਇਮੀਗ੍ਰੇਸ਼ਨ ਤੋਂ ਤੁਸੀਂ ਅਪਲਾਈ ਕਰ ਦਿਓ ਡਿਸਕਲੋਜ਼ਰਸ। ਅੱਛਾ, ਉਦਾਂ ਵੀ ਦੇ ਦੇਣਗੇ। ਯੈਸ, ਐਮਪੀ ਆਪਣਾ ਕੰਮ ਵਧੀਆ ਕਰਦੇ ਨੇ, ਦੇयर ਇਜ਼ ਨੋ ਹਾਰਮ, ਹੈਲਪ ਕਰਦੇ ਨੇ ਬਿਲਕੁਲ। ਕਈਆਂ ਨੂੰ ਫਾਇਦਾ ਵੀ ਹੁੰਦਾ, ਜਿਵੇਂ ਇਨਫੋਰਮੇਸ਼ਨ ਦੀ ਵੈਲਿਊ ਜ਼ਰੂਰ ਹੈ ਔਰ ਘੱਟ ਸਮੇਂ 'ਚ ਦਿੰਦੇ ਨੇ। ਬਿਲਕੁਲ ਠੀਕ ਹੈ। ਉਹਨਾਂ ਵੱਲੋਂ ਪੂਰੀ ਹੈਲਪ ਕੀਤੀ ਜਾਂਦੀ ਜਿਹਨਾਂ ਕਰ ਸਕਦੇ ਨੇ। ਮੈਜੋਰਟੀ ਆਫ ਐਮਪੀ ਸਪੈਸ਼ਲੀ ਆਪਣੀ ਕਮਿਊਨਿਟੀ ਦੇ ਬਿਲਕੁਲ ਤੁਹਾਨੂੰ ਵੈਲਕਮ ਕਰਦੇ ਨੇ, ਪਰ ਕਈ ਹੋਰ ਕਮਿਊਨਿਟੀਜ਼ ਨੇ ਤਾਂ ਮੈਂ ਸੁਣਨ ਨੂੰ ਆਇਆ, ਮੈਂ ਦੇਖਿਆ ਨਹੀਂ ਹੈ ਵੀ ਉਹਨਾਂ ਨੇ ਲਾਇਆ ਹੋਇਆ ਵੀ ਸਾਡੇ ਆਫਿਸ 'ਚ ਪਲੀਜ਼ ਇਮੀਗ੍ਰੇਸ਼ਨ ਦੇ ਬਾਬਤ ਕੋਈ ਵੀ ਆ ਕੇ ਸਵਾਲ ਨਾ ਪੁੱਛੋ, ਜੇ ਪੁੱਛਣਾ ਤਾਂ ਕਸਟਮਰ ਸਰਵਿਸ ਦਾ ਨੰਬਰ ਹੈ, ਸਿੱਧਾ ਜਾ ਕੇ ਪੁੱਛੋ। ਉੱਥੇ ਪੁੱਛੋ। ਖਹਿਰਾ ਸਾਹਿਬ ਤੁਹਾਡਾ ਬਹੁਤ ਧੰਨਵਾਦ ਇਸ ਵਾਸਤੇ, ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ। ਸੋ ਇਹ ਸਨ CWC ਇਮੀਗ੍ਰੇਸ਼ਨ ਤੋਂ ਅਮਨ ਖਹਿਰਾ। ਬਹੁਤ ਸਾਰੀਆਂ ਜਾਣਕਾਰੀਆਂ ਜਿੰਨੀਆਂ ਕਿ ਅਸੀਂ ਪ੍ਰੋਗਰਾਮ 'ਚ ਲੈ ਸਕੇ। ਬਾਕੀ ਜੇ ਤੁਹਾਡਾ ਕੋਈ ਸਵਾਲ ਆ ਤਾਂ ਤੁਸੀਂ ਭਾਈ ਇਹਨਾਂ ਨਾਲ ਸੰਪਰਕ ਕਰਕੇ ਆਪਣੀ ਜਿਹੜੀ ਆ ਉਹ ਸ਼ਾਂਤੀ ਮਨ ਨੂੰ ਦੇ ਸਕਦੇ ਹੋ। ਸਹੀ ਸਲਾਹ ਜੇ ਮਿਲੀ ਤਾਂ ਵੀ ਦੱਸ ਦਿਓ, ਜੇ ਨਾ ਸਹੀ ਮਿਲੀ ਤਾਂ ਵੀ ਸ਼ਿਕਾਇਤਨਾਮਾ ਲਾ ਦਿਓ, ਫਿਰ ਅਸੀਂ ਵੀ ਨਾਲ ਗੱਲ ਕਰ ਲਾਂਗੇ। ਤੁਹਾਡਾ ਸਾਰਿਆਂ ਦਾ ਧੰਨਵਾਦ। ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।